ਕਨੈਕਟ ਮੀਡੀਆ ਨੈਟਵਰਕ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਰਫਾਲ ਲੜਾਕੂ ਵਿਮਾਨ ਜਾਂ ਲੜਾਕੂ ਜਹਾਜ਼ ਦਾ ਤੁਸੀਂ ਨਾਮ ਜ਼ਰੂਰ ਸੁਣਿਆ ਹੋਣਾ। ਭਾਰਤ ਨੇ ਇਸ ਦਾ ਸੌਦਾ ਯਾਨੀ ਕਿ ਇਹੀ ਜਹਾਜ਼ ਲੜਾਕੂ ਜਹਾਜ਼ ਜਿਹੜੇ ਰਫਾਲ ਸੀ ਉਹ ਫਰਾਂਸ ਤੋਂ ਖਰੀਦਣੇ ਸੀ। ਵੈਸੇ ਸੌਦਾ ਹੋਇਆ ਵੀ ਹੋਇਆ, ਪਰ ਇਸ ਸੌਦੇ ਦੇ ਵਿੱਚ ਧਾਂਦਲੀ ਹੋਈ ਆ, ਕਰਪਸ਼ਨ ਹੋਈ ਆ, ਭ੍ਰਿਸ਼ਟਾਚਾਰ ਹੋਇਆ। ਇਸ ਤੇ ਬਹੁਤ ਸਾਰੇ ਇਲਜ਼ਾਮ ਲੱਗੇ ਸੀ, ਵਿਰੋਧੀ ਧਿਰਾਂ ਨੇ ਵੀ ਇਲਜ਼ਾਮ ਲਾਏ ਸੀ। ਫਰਾਂਸ ਦੀ ਸਰਕਾਰ ਕੋਲੇ ਜਦੋਂ ਇਹ ਮਾਮਲਾ ਪਹੁੰਚਿਆ ਸੀ, ਉਹਨਾਂ ਨੇ ਇੱਕ ਇਨਕੁਆਇਰੀ ਆਰਡਰ ਕਰਤੀ। ਭਾਰਤ ਸਰਕਾਰ ਨੇ ਤਾਂ ਖੈਰ ਕੋਈ ਇਨਕੁਆਇਰੀ ਆਰਡਰ ਕੀਤੀ ਨਹੀਂ, ਪਰ ਜਦੋਂ ਫਰਾਂਸ ਸਰਕਾਰ ਨੇ ਦੋ ਆਪਣੇ ਜੱਜ ਨਿਯੁਕਤ ਕਰਤੇ ਕਿ ਇਸ ਦੀ ਇਨਕੁਆਇਰੀ ਕਰਕੇ ਸਾਨੂੰ ਦੱਸੋ ਕਿ ਕੀ ਇਸ ਦੇ ਵਿੱਚ ਕੋਈ ਕਮਿਸ਼ਨ ਲਿਆ ਗਿਆ, ਕੋਈ ਰਿਸ਼ਵਤ ਲਈ ਗਈ ਹੈ, ਕੋਈ ਭ੍ਰਿਸ਼ਟਾਚਾਰ ਹੋਇਆ, ਤੇ ਫਿਰ ਉਹਨਾਂ ਨੇ ਭਾਰਤ ਦਾ ਸਹਿਯੋਗ ਮੰਗਿਆ। ਤੇ ਹੁਣ ਪਤਾ ਲੱਗਾ ਕਿ ਭਾਰਤ ਨੇ ਉਹਨਾਂ ਦਾ ਸਹਿਯੋਗ ਹੀ ਨਹੀਂ ਕੀਤਾ। ਇਸ ਤੋਂ ਪਹਿਲਾਂ ਤੁਸੀਂ ਯਾਦ ਕਰੋ, ਕੈਨੇਡਾ ਤੇ ਅਮਰੀਕਾ ਇਹਨਾਂ ਨੇ ਵੀ ਭਾਰਤ ਦਾ ਸਹਿਯੋਗ ਮੰਗਿਆ ਸੀ, ਪਰ ਕਿਸੇ ਹੋਰ ਮੁੱਦੇ 'ਚ ਮੰਗਿਆ ਸੀ। ਤੇ ਹੁਣ ਫਰਾਂਸ ਦੇ ਜਿਹੜੇ ਐਂਬੈਸਡਰ ਸੀ ਇੱਥੇ ਨਿਯੁਕਤ ਸੀ ਭਾਰਤ ਦੇ ਵਿੱਚ, ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਕਿ ਇੱਥੋਂ ਦੇ ਅਧਿਕਾਰੀਆਂ ਨੇ, ਇੱਥੋਂ ਦੇ ਬਿਊਰੋਕਰੈਟਸ ਨੇ, ਇੱਥੋਂ ਦੇ ਅਫਸਰਾਂ ਨੇ ਜਾਂ ਭਾਰਤ ਸਰਕਾਰ ਨੇ ਸਾਡੇ ਇਸ ਮਾਮਲੇ ਦੇ ਵਿੱਚ ਰਫਾਲ ਨੂੰ ਕਿ ਕੀ ਇਸ ਦੇ ਵਿੱਚ ਭ੍ਰਿਸ਼ਟਾਚਾਰ ਜਾਂ ਕਮਿਸ਼ਨ ਲੈ ਗਏ ਨੇ, ਇਸ ਵਿੱਚ ਸਾਡਾ ਕੋਈ ਸਹਿਯੋਗ ਨਹੀਂ ਕੀਤਾ। ਤੇ ਇਹ ਕੀ ਰਿਪੋਰਟ ਆ ਸਾਰੀ, ਇਸ ਬਾਰੇ ਮੈਂ ਤੁਹਾਨੂੰ ਦੱਸਾਂਗਾ। ਦੂਸਰੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ। ਉਹ ਆਪਣੀ ਇੱਕ ਬਹੁਤ ਵੱਡੀ ਲੜਾਈ ਲੜ ਰਹੇ ਆ, ਬਲਕਿ ਆਪਣੀ ਹੋਂਦ ਦੀ ਲੜਾਈ ਲੜ ਰਹੇ ਆ। ਇਕੱਲੇ ਆਪਣੀ ਹੋਂਦ ਦੀ ਨਹੀਂ, ਆਪਣੀ ਪਾਰਟੀ ਦੀ ਹੋਂਦ ਦੀ ਵੀ ਲੜਾਈ ਲੜ ਰਹੇ ਆ, ਤੇ ਨਾਲ ਹੀ ਲੜਾਈ ਲੜ ਰਹੇ ਆ ਉਹ ਆਪਣੇ ਪਰਿਵਾਰ ਦੀ ਵੀ। ਮਾਫੀ ਉਹਨਾਂ ਨੇ ਬੀਤੇ ਕੱਲ ਮੰਗ ਲਈ ਆ, ਇਹ ਤਾਂ ਗੱਲ ਠੀਕ ਆ। ਵੈਸੇ ਇਸ ਤਰ੍ਹਾਂ ਦੀ ਮਾਫੀ ਉਹ ਪਿਛਲੇ ਕਈ ਸਮੇਂ ਦੇ ਵਿੱਚ ਮੰਗ ਚੁੱਕੇ ਆ, ਪਰ ਜਿਹੜੀ ਬੀਤੇ ਕੱਲ ਉਹਨਾਂ ਨੇ ਮਾਫੀ ਮੰਗੀ ਆ ਉਹਦੇ ਵਿੱਚ ਥੋੜੇ ਹੋਰ ਸਪਸ਼ਟ ਸੀ, ਥੋੜੇ ਹੋਰ ਡਾਇਰੈਕਟ ਸੀ। ਕਹਿੰਦੇ ਜੇ ਜਾਣੇ ਅਣਜਾਣੇ ਦੇ ਵਿੱਚ ਮੇਰੇ ਤੋਂ ਭੁੱਲ ਹੋ ਗਈ ਹੋਵੇ ਜਾਂ ਸਾਡੇ ਤੋਂ ਭੁੱਲਾਂ ਹੋ ਗਈਆਂ ਹੁਣ, ਉਸ ਨੂੰ ਮਾਫ ਕਰ ਦਿਓ। ਪਰ ਕੀ ਪੰਥ ਜਾਂ ਉਹਨਾਂ ਦੇ ਸਮਰਥਕ ਉਹਨਾਂ ਨੂੰ ਮਾਫ ਕਰਨ ਲਈ ਤਿਆਰ ਆ? ਜਿਹੜੀਆਂ ਗਲਤੀਆਂ ਜਾਂ ਕੁਝ ਲੋਕ ਤਾਂ ਕਹਿੰਦੇ ਆ ਕਿ ਉਹਨਾਂ ਨੇ ਗੁਨਾਹ ਕੀਤੇ ਆ, ਉਹਨਾਂ ਨੇ ਕੀਤੇ ਆ ਜਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਆ, ਕਿ ਉਹਨਾਂ ਨੂੰ ਮਾਫ ਕਰ ਦੇਣਗੇ? ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦੇ ਆ ਜਿਹੜੇ ਅੱਜ ਵੀ ਅਕਾਲੀ ਦਲ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਵਿੱਚ ਵੀ, ਉਹਨਾਂ ਨੂੰ ਜਿਹੜੇ ਬਾਹਰੋਂ ਸਮਰਥਨ ਦਿੰਦੇ ਨੇ, ਅੰਦਰੋਂ ਸਮਰਥਨ ਦਿੰਦੇ ਨੇ, ਜਾਂ ਉਹਨਾਂ ਦੇ ਆਪਣੇ ਪਰਿਵਾਰ ਦੇ ਵੀ ਮੈਂਬਰ ਆ, ਉਹਨਾਂ ਲਈ ਇਹਨਾਂ ਸਾਰੇ ਮੁੱਦਿਆਂ ਤੇ ਕਲੀਨ ਹੋਣਾ ਜਾਂ ਸਾਫ਼ ਜਾਂ ਸਪਸ਼ਟੀਕਰਨ ਦੇਣਾ ਕੋਈ ਇੰਨਾ ਸੌਖਾ ਨਹੀਂ ਹੋਏਗਾ। ਅਕਸਰ ਕਿਹਾ ਜਾਂਦਾ ਕਿ ਕਿਸੇ ਮੁਲਕ ਦੀ ਤਾਕਤ ਪਰਖਣੀ ਹੋਵੇ, ਕਿਸੇ ਮੁਲਕ ਦੀ ਤਾਕਤ ਦੀ ਅਜ਼ਮਾਇਸ਼ ਕਰਨੀ ਹੋਵੇ, ਤੇ ਕਹਿੰਦੇ ਉੱਥੋਂ ਦੀਆਂ ਡਿਫੈਂਸ ਫੋਰਸਿਸ ਨੂੰ ਦੇਖੋ, ਉੱਥੋਂ ਦੀਆਂ ਫੌਜਾਂ ਨੂੰ ਦੇਖੋ ਕਿ ਉਹਨਾਂ ਕੋਲੇ ਪੂਰੀ ਤਰ੍ਹਾਂ ਹਥਿਆਰਾਂ ਨਾਲ ਉਹ ਲੈਸ ਨੇ, ਉਹਨਾਂ ਕੋਲੇ ਹਰ ਤਰ੍ਹਾਂ ਦੇ ਹਥਿਆਰ ਨੇ, ਉਹਨਾਂ ਕੋਲੇ ਮਾਡਰਨ ਟੈਕਨੀਕ ਜਾਂ ਜਿਹੜੀਆਂ ਆਧੁਨਿਕ ਤਕਨੀਕ ਦੇ ਹਥਿਆਰ ਹੁੰਦੇ ਉਹ ਹੈ। ਔਰ ਇਸ ਦੇ ਵਿੱਚੋਂ ਵੀ ਸਭ ਤੋਂ ਅੱਗੇ ਆਉਂਦੀ ਆ 에ਅਰ ਫੋਰਸ। ਕਿ ਉਹਨਾਂ ਕੋਲੇ 에ਅਰ ਫੋਰਸ ਦੀ ਸੁਪੀਰੀਅਰਿਟੀ ਉਹਨਾਂ ਕੋਲੇ ਹੈ, ਯਾਨੀ ਕਿ ਹਵਾ ਦੇ ਵਿੱਚ ਉਹਨਾਂ ਕੋਲੇ ਪੂਰੀ ਤਾਕਤ ਹੈ। ਤੇ ਇਸ ਤਾਕਤ ਨੂੰ ਬਣਾਉਂਦੇ ਆ ਲੜਾਕੂ ਵਿਮਾਨ ਜਾਂ ਲੜਾਕੂ ਜਹਾਜ਼। ਭਾਰਤ ਦੇ ਵਿੱਚ ਹਮੇਸ਼ਾ ਹੀ ਜਿਹੜੇ ਭਾਰਤ ਦੇ 에ਅਰ ਫੋਰਸ ਦੇ ਅਫਸਰ ਨੇ, ਮੌਜੂਦਾ ਨੇ ਜਾਂ ਰਿਟਾਇਰ ਹੋ ਗਏ ਨੇ, ਉਹਨਾਂ ਨੇ ਹਮੇਸ਼ਾ ਹੀ ਚਿੰਤਾ ਜਤਾਈ ਆ ਕਿ ਭਾਰਤ ਦੇ ਜਿਹੜੇ ਸਕੁਆਡਰਨਸ ਨੇ ਫਾਈਟਰ 에ਅਰਕ੍ਰਾਫਟਸ ਦੇ, ਉਹਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਆ, ਤੇ ਭਾਰਤ ਨੂੰ ਫਟਾਫਟ ਨਵੇਂ ਜਹਾਜ਼ ਇਸ ਸਕੁਆਡਰਨ ਦੇ ਵਿੱਚ ਲੈ ਕੇ ਆਉਣੇ ਚਾਹੀਦੇ ਆ। ਇਸ ਨੂੰ ਦੇਖਦੇ ਹੋਏ ਰਫਾਲ 에ਅਰਕ੍ਰਾਫਟਸ, ਫਾਈਟਰ 에ਅਰਕ੍ਰਾਫਟਸ, ਲੜਾਕੂ ਜਹਾਜ਼, ਇਹਨਾਂ ਦਾ ਸੌਦਾ ਕੀਤਾ ਗਿਆ। ਵੈਸੇ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਸੌਦਾ ਕੀਤਾ ਤਾਂ ਸੀ ਯੂਪੀਏ ਦੀ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ, ਪਰ ਜਦੋਂ ਭਾਰਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਜਾਂ ਨਰਿੰਦਰ ਮੋਦੀ ਦੀ ਸਰਕਾਰ ਆਈ, ਉਹ ਪ੍ਰਧਾਨ ਮੰਤਰੀ ਬਣੇ, ਤੇ ਉਹਨਾਂ ਨੇ ਪਹਿਲੇ ਸੌਦੇ ਨੂੰ ਪਾਸੇ ਰੱਖਤਾ ਤੇ ਫਿਰ ਆਪ ਸੌਦਾ ਕੀਤਾ। ਆਪ ਖੁਦ ਪੈਰਿਸ ਗਏ, ਤੇ ਮੈਨੂੰ ਯਾਦ ਆ ਉਸ ਵਕਤ ਡਿਫੈਂਸ ਮਿਨਿਸਟਰ ਹੁੰਦੇ ਸੀ ਭਾਰਤ ਸਰਕਾਰ ਦੇ ਮਨੋਹਰ ਪਾਰੀਕਰ, ਜਿਹੜੇ ਗੋਆ ਦੇ ਮੁੱਖ ਮੰਤਰੀ ਵੀ ਰਹੇ ਆ। ਉਹ ਤਾਂ ਹੁਣ ਦੁਨੀਆ ਦੇ ਵਿੱਚ ਰਹੇ ਹੀ ਨਹੀਂ, ਚਲੇ ਗਏ ਆ। ਉਹਨਾਂ ਨੂੰ ਵੀ ਨਾਲ ਨਹੀਂ ਸੀ ਲੈ ਕੇ ਗਏ। ਸਾਰੇ ਦਾ ਸਾਰਾ ਸੌਦਾ ਆਪ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੀ ਅਗਵਾਈ ਦੇ ਵਿੱਚ ਹੋਇਆ ਸੀ। ਤੇ ਹੁਣ ਇਸ ਉੱਤੇ ਕਿੰਤੂ ਪਰੰਤੂ ਉੱਠਣ ਲੱਗ ਗਏ। ਪਹਿਲਾਂ ਕਾਂਗਰਸ ਨੇ ਇਹ ਮਾਮਲਾ ਬਹੁਤ ਉਠਾਇਆ, ਪਰ ਕਿਸੇ ਨੇ ਇਹਨਾਂ ਦੀ ਸੁਣੀ ਨਹੀਂ। ਆਖਿਰਕਾਰ ਜਦੋਂ ਫਰਾਂਸ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਜਾਂ ਉੱਥੇ ਗੂੰਜਿਆ, ਤੇ ਫਰਾਂਸ ਦੀ ਸਰਕਾਰ ਨੇ ਦੋ ਜੱਜਾਂ ਦੀ ਨਿਯੁਕਤੀ ਕਰਤੀ। ਕਹਿੰਦੇ ਤੁਸੀਂ ਇਸ ਮਾਮਲੇ ਦੀ ਜਾਂਚ ਕਰਕੇ ਸਾਨੂੰ ਦੱਸੋ ਕਿ ਕੀ ਇਸ ਰੱਖਿਆ ਸੌਦੇ ਦੇ ਵਿੱਚ
ਕਿਸੇ ਤਰ੍ਹਾਂ ਦੀ ਕੋਈ ਕਮਿਸ਼ਨ ਲਈ ਗਈ ਆ, ਕੋਈ ਰਿਸ਼ਵਤ ਲਈ ਗਈ ਆ, ਕੋਈ ਪੈਸੇ ਦਾ ਅਰੋਤ ਪਰੋਤ ਜਾਂ ਪੈਸੇ ਦਾ ਕੋਈ ਐਕਸਚੇਂਜ ਹੋਇਆ, ਇਸ ਬਾਰੇ ਸਾਨੂੰ ਦੱਸਿਆ ਜਾਵੇ। ਖੈਰ ਹੁਣ ਇੱਕ ਨਵੀਂ ਰਿਪੋਰਟ ਆਈ ਹੈ, ਨਵਾਂ ਖੁਲਾਸਾ ਆਇਆ ਕਿ ਜਿਹੜੀ ਫਰਾਂਸ ਨੇ ਉਹ ਜਾਂਚ ਆਪਣੀ ਸ਼ੁਰੂ ਕੀਤੀ ਸੀ ਜਾਂ ਜਾਂਚ ਦੀ ਇਨੀਸ਼ੀਏਸ਼ਨ ਕੀਤੀ ਸੀ, ਉਹ ਜਾਂਚ ਦੇ ਵਿੱਚ ਭਾਰਤ ਨੇ ਸਹਿਯੋਗ ਨਹੀਂ ਕੀਤਾ। ਦਰਅਸਲ ਮੈਂ ਗੱਲ ਕਰ ਰਿਹਾ ਕਿ ਭਾਰਤ ਨੇ 36 ਰਫੇਲ ਜਹਾਜ਼ ਲੈਣੇ ਆ ਫਰਾਂਸ ਤੋਂ। ਫਰਾਂਸ ਦੇ ਨਾਲ ਉੱਥੋਂ ਦੀ ਕੰਪਨੀ ਆ ਦਾਸੋ। ਵੈਸੇ ਅੰਗਰੇਜ਼ੀ ਦੇ ਵਿੱਚ ਕਈ ਲੋਕ ਇਹਨੂੰ ਦਸੌਲਟ ਵੀ ਪੜ੍ਹ ਲੈਂਦੇ ਆ, ਪਰ ਜਿਹੜੀ ਇਹਦੀ ਫ੍ਰੈਂਚ ਪ੍ਰੋਨੰਸੀਏਸ਼ਨ ਆ ਜਾਂ ਉਚਾਰਨ ਆ ਉਹ ਦਾਸੋ ਕਹਿ ਦਿੰਦੇ ਆ। ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ 58,000 ਕਰੋੜ ਰੁਪਏ ਦਾ ਟੋਟਲ ਸੌਦਾ, 7.8 ਬਿਲੀਅਨ ਯੂਰੋਜ਼ ਦਾ ਇਹ ਸੌਦਾ ਸੀ। ਤੇ ਆਖਿਰਕਾਰ ਇਸ ਸੌਦੇ ਤੇ ਜਦੋਂ ਬਹੁਤ ਸਾਰੇ ਪ੍ਰਸ਼ਨ ਚੁੱਕੇ ਗਏ ਤੇ ਫਿਰ ਉੱਥੋਂ ਦੀ ਸਰਕਾਰ ਨੇ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ। ਪੈਰਿਸ ਦੇ ਵਿੱਚ ਇੱਕ ਨਿਊਜ਼ ਵੈਬ ਪੋਰਟਲ ਆ, ਨਿਊਜ਼ ਵੈਬਸਾਈਟ ਆ, ਕਾਫੀ ਆਪਣੀ ਖੋਜੀ ਪੱਤਰਕਾਰਿਤਾ ਦੇ ਲਈ, ਜਰਨਲਿਜ਼ਮ ਦੇ ਲਈ ਉਹ ਜਾਣੀ ਜਾਂਦੀ ਹੈ, ਮੀਡੀਆ ਪਾਰਟ। ਉਸ ਦੀ ਇਹ ਤੀਸਰੀ ਰਿਪੋਰਟ ਆਈ ਹੈ। ਇਸ ਤੋਂ ਪਹਿਲਾਂ ਵੀ ਉਹ 2 ਰਿਪੋਰਟਸ ਦੇ ਚੁੱਕੀ ਹੈ ਤੇ ਹੁਣ ਉਹਨੇ ਖੁਲਾਸਾ ਕੀ ਕੀਤਾ? ਖੁਲਾਸਾ ਇਸ ਨੇ ਇਹ ਕੀਤਾ ਕਿ 25 ਜੁਲਾਈ ਸਨ 2023 ਨੂੰ ਲਗਭਗ ਤੁਸੀਂ ਕਹਿ ਸਕਦੇ ਹੋ 4.5 ਮਹੀਨੇ ਪਹਿਲਾਂ, 4.5 ਮਹੀਨੇ ਪਹਿਲਾਂ ਫਰਾਂਸ ਦੇ ਐਂਬੈਸਡਰ ਸੀ, ਭਾਰਤ ਦੇ ਵਿੱਚ ਇੱਥੇ ਨਿਯੁਕਤ ਸੀ। ਉਹਨਾਂ ਦਾ ਨਾਮ ਸੀ ਇਮੈਨੂਅਲ ਲੈਨੇਨ। ਇਮੈਨੂਅਲ ਲੈਨੇਨ ਨੇ ਇਹ ਖੁਲਾਸਾ ਕੀਤਾ, ਬਲਕਿ ਉਹਨਾਂ ਨੇ ਇੱਕ ਡਿਪਲੋਮੈਟਿਕ ਨੋਟ ਲਿਖ ਕੇ ਇਹ ਗੱਲ ਕਹੀ ਆ। ਕਹਿੰਦੇ ਭਾਰਤ ਦੇ ਅਫਸਰਾਂ ਨੇ ਜਦੋਂ ਅਸੀਂ ਉਹਨਾਂ ਤੋਂ ਡਾਕੂਮੈਂਟ ਮੰਗੇ, ਕਿਉਂਕਿ ਇੱਕ ਕ੍ਰਿਮੀਨਲ ਕੇਸ ਆ, ਰਿਸ਼ਵਤ ਲੈਣੀ, ਕਰਪਸ਼ਨ ਕਰਨੀ, ਭ੍ਰਿਸ਼ਟਾਚਾਰ ਕਰਨਾ ਇੱਕ ਅਪਰਾਧ ਆ, ਕ੍ਰਿਮੀਨਲ ਆ, ਕ੍ਰਿਮੀਨਲ ਕੇਸ ਬਣਦਾ ਇਸ ਤੇ। ਅਸੀਂ ਇਸ ਦੀ ਜਾਂਚ ਕਰ ਰਹੇ ਸੀ, ਪਰ ਭਾਰਤ ਨੇ ਜਦੋਂ ਅਸੀਂ ਭਾਰਤ ਦੇ ਨਾਲ ਇਹਨਾਂ ਸਾਰਿਆਂ ਉੱਤੇ ਡਾਕੂਮੈਂਟਸ ਮੰਗੇ ਤੇ ਸਾਨੂੰ ਕਿਸੇ ਤਰ੍ਹਾਂ ਦੇ ਕੋਈ ਡਾਕੂਮੈਂਟਸ ਮਿਲੇ ਨਹੀਂ, ਬਲਕਿ ਉਹਨਾਂ ਨੇ ਜੁਡੀਸ਼ੀਅਲ ਡਾਕੂਮੈਂਟਸ ਮੰਗੇ ਸੀ। ਉਹ ਕਹਿੰਦੇ ਆ ਇਹੀ ਐਂਬੈਸਡਰ, ਇਹ ਕਹਿੰਦੇ ਸਾਨੂੰ ਬੜੀ ਲੰਬੀ ਲੜਾਈ ਲੜਨੀ ਪਈ, ਬਲਕਿ ਜਦੋਂ ਅਫਸਰਾਂ ਨੂੰ ਜਾਂ ਅਧਿਕਾਰੀਆਂ ਨੂੰ ਕਿਹਾ ਜਾਂਦਾ ਸੀ ਕਿ ਇਸ ਉੱਤੇ ਜਾਣਕਾਰੀ ਦਿਓ ਤੇ ਕਈ ਮਹੀਨੇ ਸਾਨੂੰ ਵੇਟ ਕਰਾਉਂਦੇ ਸੀ। ਆਖਿਰਕਾਰ 25 ਜੁਲਾਈ ਨੂੰ ਇਹ ਨੋਟ ਉਹਨਾਂ ਨੂੰ ਲਿਖਣਾ ਪਿਆ। ਇਮੈਨੂਅਲ ਲੈਨੇਨ ਨੇ ਅੱਗੇ ਕਿਹਾ ਆਪਣੇ ਇਸ ਨੋਟ ਦੇ ਵਿੱਚ, ਕਹਿੰਦੇ ਨਵੰਬਰ ਸਨ 2022 ਦੇ ਵਿੱਚ ਅਸੀਂ ਪਹਿਲੀ ਰਿਕੁਐਸਟ ਕੀਤੀ ਸੀ, ਆਪਣੀ ਚਿੱਠੀ ਲਿਖੀ ਸੀ ਸਾਰੇ ਅਧਿਕਾਰੀਆਂ ਨੂੰ ਕਿ ਸਾਨੂੰ ਇਹ ਸਾਰੇ ਡਾਕੂਮੈਂਟਸ ਦਿਓ, ਕਿਉਂਕਿ ਸਾਡੇ 2 ਜੱਜ ਜਿਹੜੇ ਨੇ ਉਹ ਇਸ ਦੀ ਇਨਕੁਆਇਰੀ ਕਰ ਰਹੇ ਆ, ਕਿਉਂਕਿ ਇਸ ਕੇਸ ਦੇ ਵਿੱਚ ਕਰਪਸ਼ਨ ਵੀ ਆ ਔਰ ਇਸ ਦੇ ਨਾਲ ਕਿਵੇਂ ਕਿਸੇ ਨੇ ਆਪਣਾ ਪ੍ਰਭਾਵ ਵਰਤਿਆ, ਆਪਣਾ ਇਨਫਲੂਐਂਸ ਵਰਤਿਆ ਤੇ ਇਸੇ ਦੇ ਨਾਲ ਕਿਸੇ ਨੂੰ ਕੋਈ ਫੇਵਰ ਦਿੱਤੇ ਆ, ਕਿਸੇ ਦੇ ਨਾਲ ਕੋਈ ਇੱਕ ਤਰ੍ਹਾਂ ਖਾਸ ਸੌਦਾ, ਉਹਦੇ ਲਈ ਸਾਰੀਆਂ ਕੰਡੀਸ਼ਨਸ ਬਦਲੀਆਂ ਨੇ। ਇਹ ਸਾਰਾ ਕੁਝ ਇਸ ਰੱਖਿਆ ਸੌਦੇ ਦੇ ਵਿੱਚ ਆ ਤੇ ਇਸ ਕਰਕੇ ਇਹਦੀ ਇਨਕੁਆਇਰੀ ਤਾਂ ਕਹਿੰਦੇ ਕਰਨੀ ਬਣਦੀ ਆ। ਪਰ 8 ਮਹੀਨੇ ਕਹਿੰਦੇ ਸਾਨੂੰ ਭਾਰਤ ਸਰਕਾਰ ਨੇ ਉਲਝਾਈ ਰੱਖਿਆ, ਜਾਣਕਾਰੀ ਨਹੀਂ ਦਿੱਤੀ। ਕਦੇ ਸਾਨੂੰ ਕਿਸੇ ਪਾਸੇ ਤੋਰ ਦਿੰਦੇ ਸੀ, ਜਿਵੇਂ ਕਿ ਅਕਸਰ ਆਦਤ ਆ, ਤੁਹਾਨੂੰ ਵੀ ਪਤਾ ਹੀ ਹੋਣਾ, ਇਕੱਲੇ ਵਿਦੇਸ਼ੀਆਂ ਨੂੰ ਨਹੀਂ, ਸਾਨੂੰ ਵੀ ਇੱਥੇ ਪਤਾ। ਉਲਝਾ ਕੇ ਰੱਖਣ ਤੋਂ ਬਾਅਦ ਉਸ ਤੋਂ ਬਾਅਦ ਅਚਾਨਕ ਸਾਰੀ ਦੀਆਂ ਸਾਰੀਆਂ ਕਮਿਊਨੀਕੇਸ਼ਨਸ ਬੰਦ ਕਰਤੀਆਂ, ਵਾਰਤਾਲਾਪ ਬੰਦ ਕਰਤੇ, ਇੱਕ ਤਰ੍ਹਾਂ ਦਾ ਸਾਰੇ ਕੇਸ ਨੂੰ ਸਟੋਨ ਵਾਲ ਕਰਤਾ, ਕੰਧ ਲਾਤੀ ਅੱਗੇ। ਕਹਿੰਦੇ ਇਸ ਤੋਂ ਬਾਅਦ ਤਾਂ ਅਸੀਂ ਤੁਹਾਡੇ ਨਾਲ ਸਹਿਯੋਗ ਕਰਨਾ ਹੀ ਨਹੀਂ। ਆਖਿਰਕਾਰ ਉਸ ਤੋਂ ਬਾਅਦ ਫਿਰ ਲੈਨੇਨ ਨੇ ਇਹ ਨੋਟ ਲਿਖਿਆ। ਵੈਸੇ ਲੈਨੇਨ ਹੁਣ ਭਾਰਤ ਦੇ ਵਿੱਚ ਨਹੀਂ ਆ, ਇਹ ਬ੍ਰਾਜ਼ੀਲ ਚਲੇ ਗਏ ਨੇ। ਅੱਜ ਕੱਲ੍ਹ ਫਰਾਂਸ ਦੇ ਇਹ ਬ੍ਰਾਜ਼ੀਲ ਦੇ ਵਿੱਚ ਐਂਬੈਸਡਰ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਦਿਓ ਕਿ ਇਸ ਤੋਂ ਬਾਅਦ ਇਹਨਾਂ ਨੂੰ ਮਜਬੂਰ ਹੋ ਕੇ ਇਹ ਡਿਪਲੋਮੈਟਿਕ ਨੋਟ ਲਿਖਣਾ ਪਿਆ। ਦੂਸਰੀ ਗੱਲ ਉਹਨਾਂ ਨੇ ਇਹ ਵੀ ਦੱਸੀ ਕਿ ਫਰਾਂਸ ਦੀ ਸਰਕਾਰ ਨੇ, ਉੱਥੋਂ ਦੀ ਸਰਕਾਰ ਨੇ, ਜਦੋਂ ਸਾਡੀ G20 ਸਮਿਟ ਹੋਈ ਸੀ, ਇੱਥੇ ਸੰਮੇਲਨ ਹੋਇਆ ਸੀ G20 11 ਤੇ 12 ਅਗਸਤ ਨੂੰ, ਇਹਨਾਂ ਨੇ ਐਂਟੀ ਕਰਪਸ਼ਨ ਦੀਆਂ ਇਹ ਸਾਰੀ ਗੱਲਾਂ, ਭ੍ਰਿਸ਼ਟਾਚਾਰ ਦੀਆਂ ਗੱਲਾਂ ਕਲਕੱਤਾ ਦੇ ਵਿੱਚ ਭਾਰਤ ਦੇ ਅਧਿਕਾਰੀਆਂ ਨੂੰ ਦੱਸਿਆ, ਇਸ ਕਰਕੇ ਕਿ ਸ਼ਾਇਦ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਮਿਲ ਜੂਗਾ, ਪਰ ਮਿਲਿਆ ਨਹੀਂ। ਇਹਨਾਂ ਨੇ ਮੀਡੀਆ ਪਾਰਟ ਨੇ ਇਹ ਵੀ ਲਿਖਿਆ ਕਿ ਫਰਾਂਸ ਤੇ ਭਾਰਤ ਸਰਕਾਰ ਇਹਨਾਂ ਨੇ ਰਲ ਕੇ ਇਸ ਹਾਈਲੀ ਸੈਂਸਿਟਿਵ ਇਨਵੈਸਟੀਗੇਸ਼ਨ ਨੂੰ, ਜਿਹੜੀ ਕਿ ਬਹੁਤ ਇਹਦੇ ਵਿੱਚ ਬਹੁਤ ਵੱਡੇ ਵਿਅਕਤੀ ਸ਼ਾਮਲ ਆ, ਇਸ ਕਰਕੇ ਇਹ ਆਪਸ ਦੇ ਵਿੱਚ ਬੜੇ ਉੱਚ ਪੱਧਰ ਦੇ ਲੈਵਲ ਤੇ ਇਸ ਬਾਰੇ ਡਿਸਕਸ਼ਨ ਹੁੰਦੀ ਸੀ, ਇਸ ਦੀ ਵਾਰਤਾਲਾਪ ਹੁੰਦੀ ਸੀ।
और इस नूं भारत ने भी और फ्रांस की सरकार ने भी, फ्रांस की सरकार ते भी इल्ज़ाम आ कि इस सारी इन्वेस्टिगेशन नूं स्लो किया, इस नूं हौली करता कि ना कोई डॉक्यूमेंट दो ते ना जांच अगे वधे। वैसे जे ये जांच हो जाए, इस नोट दे विच ये भी आ कि फिर भारत के प्रधानमंत्री नरेंद्र मोदी भी फसते हैं, फ्रांस के प्रेजिडेंट इमैनुअल मैक्रोन वो भी फसते आ, ते फ्रांस के साबका प्रेजिडेंट फ्रांसुआ ओलांद भी फसते आ, क्योंकि फ्रांसुआ ओलांद के वेले ये जिहड़ा रखिया सौदा ये उस वक्त होया सी। अच्छा, ये भी तुहानूं दस दिना कि अक्तूबर सन 2018 दे विच तुहानूं याद होना एक सुशेन गुप्ता नाम के व्यक्ति नूं फड़िया सी ईडी ने, एनफोर्समेंट डायरैक्टरेट ने। कहंदे कि इहदा ऑगस्टा वेस्टलैंड चॉपर स्कैम होया सी। किसी दिन तुहानूं इस बारे भी दसूंगा। इहदे विच इहदा हत्थ आ ते रफेल डील जिहड़ी कराई आ लड़ाकू जहाज़ां दी, वो भी इसने कराई आ। इस ते भी सारे डॉक्यूमेंट मंगे सी, जुडिशियल डॉक्यूमेंट मंगे सी, पर दिते नहीं गए। इस तो इलावा ਜਿਹੜੇ ਡਾਕੂਮੈਂਟ ਮੰਗੇ ਸੀ ਉਹ ਮੰਗੇ ਸੀ 10 ਰਿਲਾयंस एरोस्पेस लिमिटेड। ਹੁਣ ਇਹ ਕਿਹੜੀ ਕੰਪਨੀ ਆ? ਦਰਅਸਲ ਇਹ ਕੰਪਨੀ ਆ ਅਨਿਲ ਅੰਬਾਨੀ ਦੀ। ਅਨਿਲ ਅੰਬਾਨੀ ਨੂੰ ਭਾਰਤ ਦੇ ਵਿੱਚ ਇਹ ਰੱਖਿਆ ਸੌਦਾ ਦਵਾਇਆ ਗਿਆ ਸੀ। ਇਹਦੀ ਵੀ ਮੈਂ ਤੁਹਾਨੂੰ ਗੱਲ ਦੱਸੂਗਾ ਅੱਗੇ ਜਾ ਕੇ ਕਿ ਅਨਿਲ ਅੰਬਾਨੀ ਕੀ ਇਹ ਜਹਾਜ਼ ਬਣਾਉਂਦੇ ਸੀ ਜਾਂ ਜਹਾਜ਼ਾਂ ਦੇ ਪੁਰਜੇ ਬਣਾਉਂਦੇ ਸੀ, ਫਿਰ ਇਹਨਾਂ ਨੂੰ ਇਹ ਕੰਟਰੈਕਟ ਕਿਸ ਤਰ੍ਹਾਂ ਮਿਲ ਗਿਆ, ਇਹਦੀ ਵੀ ਇੱਕ ਕਹਾਣੀ ਆ। द हिंदू की एक खबर आ फरवरी सन 2019 की। द हिंदू बड़ा मन्निया परमन्निया अखबार आ। उन्हें दस्सिया सी कि किस तरह मोदी सरकार ने इस गल नूं यकीनी बनाया सी कि जदों ये कंट्रैक्ट किया गया, ये एक क्लॉज हुंदी है कि जे करप्शन हो जाए तो फिर इसकी जांच हो सकती है। सन 2016 दे विच जदों ये इकरार होया, एग्रीमेंट होया, मोदी सरकार ने वो क्लॉज ही कढाती ना। करप्शन बारे पहली गल तो किसी को पता ही ना लगे, तो जे पता भी लग जाए तो ये क्लॉज ही नहीं होगा तो इसकी जांच की होगी। उस तो बाद फिर ये डील अगे फिर चलती है, तो उस तो बाद जाके एक कंट्रैक्ट हुंदा। और इस तो बाद एक द प्रिंट दे विच सन 2023 दे विच जुलाई के महीने दे विच एक रिपोर्ट छपी सी। उहदे विच ये लिखिया सी कि जिहड़ी 10 फ्रांस की कंपनी आ ਉਹਦਾ 49% 49% ਹਿੱਸਾ ਤੇ ਇਥੋਂ ਦਾ ਅਨਿਲ ਅੰਬਾਨੀ ਦਾ 51% ਹਿੱਸਾ। ਅੱਗੇ ਚੱਲਦੇ ਆ। 10 ਅਪ੍ਰੈਲ ਸਨ 2015 ਨੂੰ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂਦੇ ਨੇ ਫਰਾਂਸ, ਪੈਰਿਸ ਜਾਂਦੇ ਨੇ ਤੇ ਉੱਥੇ ਰਹਿ ਕੇ ਫਿਰ ਇਹ ਸਾਰਾ ਰੱਖਿਆ ਸੌਦਾ ਹੁੰਦਾ। ਇਸੇ ਕਰਕੇ ਬਾਰ-ਬਾਰ ਨਰਿੰਦਰ ਮੋਦੀ ਦਾ ਨਾਂ ਲਿਆ ਜਾਂਦਾ, ਕਿਉਂਕਿ ਡੀਲ ਇਹਨਾਂ ਨੇ ਹੀ ਕੀਤੀ ਸੀ ਤੇ ਨਾਂ ਵੀ ਇਹਨਾਂ ਦਾ ਆਉਂਦਾ। इस तो बाद तुसीं एक चीज़ होर देखो, फ्रांसुआ ओलांद जिहड़े साबका फ्रांस के प्रेजिडेंट ने, इन्हां ने गल कही सी, कहंदे दरअसल साडे ते दबाਅ सी, साडे ते प्रैशर सी, जां साडे कोल कोई ऑप्शन ही नहीं सी। सानू कहा गया सी कि ये रखिया सौदा तुसीं अनिल अंबानी दी रिलायंस कंपनी नूं देना। हालांकि उन्हां नूं किसी तरह का कोई तजर्बा नहीं सी, जहाज़ बनाए नहीं सी, फिर भी उन्हां नूं दिता गया। तुसीं याद करो, थोड़े जिहे मैं तुहानूं पिछे लैके जाना चाहुंदा, जदों हजे भारतीय जनता पार्टी की सरकार आई नहीं सी, कांग्रेस की सरकार सी। जिहड़ा पहलां कांग्रेस ने यह सौदा कीता सी, उस वक्त असीं फ्रांस तो 126 जहाज़ लैणे सी, ये ध्यान च रखियो। ते हुण असीं किन्ने लैणे आ? 36। पहलां 126 लैणे सी ते हुण 36 जहाज़ लैणे आ। ते कांग्रेस ने पार्लीमेंट दे विच ये भी दस्सिया सी कि जिहड़े हुण दे जहाज़ लैणे आ वो महंगे आ। ਜਦੋਂ ਕਾਂਗਰਸ ਵਾਲਾ ਸੌਦਾ ਹੋਇਆ ਸੀ ਫਰਾਂਸ ਦੇ ਨਾਲ, ਤਾਂ ਉਦੋਂ ਇੱਕ ਜਹਾਜ਼ ਦੀ ਕੀਮਤ ਸੀ 526 ਕਰੋੜ ਰੁਪਇਆ ਤੇ ਹੁਣ ਉਸੇ ਇੱਕ ਜਹਾਜ਼ ਦੀ ਕੀਮਤ ਆ 1670 ਕਰੋੜ ਰੁਪਏ। ਇਸ ਗੱਲ ਤੋਂ ਤੁਸੀਂ ਸਮਝ ਸਕਦੇ ਹੋ ਕਿ ਇਹ ਜਿਹੜਾ ਸੌਦਾ ਸੀ ਇਹ ਕਿੰਨਾ 3 ਗੁਣਾ ਅੱਗੇ ਵੱਧ ਗਿਆ ਸੀ। ਔਰ ਜਿਹੜੀ ਰਿਲਾਇੰਸ ਕੰਪਨੀ ਅਨਿਲ ਅੰਬਾਨੀ ਦੀ ਸੀ, ਉਹ ਕੇਵਲ ਤੇ ਕੇਵਲ 12 ਦਿਨਾਂ ਦੇ ਵਿੱਚ ਖੜੀ ਕੀਤੀ ਗਈ ਸੀ। ਤੇ ਮਨੋਹਰ ਪਾਰਿਕਰ, ਮੈਨੂੰ ਯਾਦ ਆ 30 ਜਨਵਰੀ ਸਨ 2019 ਨੂੰ ਉਹਨਾਂ ਦਾ ਇੱਕ ਬਿਆਨ ਛਪਿਆ ਸੀ ਕਿ ਰੱਖਿਆ ਸੌਦਾ ਹੋ ਗਿਆ। ਤੇ ਤੁਹਾਨੂੰ ਇਸ ਬਾਰੇ ਪਤਾ, ਰਫਾਲ ਸੌਦੇ ਬਾਰੇ ਪਤਾ, ਤੇ ਉਹਨਾਂ ਨੇ ਆਪਣੀ ਜਾਣਕਾਰੀ ਦੇ ਵਿੱਚ ਇਸ ਨੂੰ ਨਾ ਹੋਣ ਦੀ ਗੱਲ ਕਹੀ ਸੀ। ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ। ਉਸ ਵਕਤ ਤੱਕ ਮੈਨੂੰ ਇਹ ਵੀ ਯਾਦ ਆ ਕਿ ਉਹਨਾਂ ਨੂੰ ਦੁਬਾਰਾ, ਪਹਿਲਾਂ ਉਹ ਡਿਫੈਂਸ ਮਿਨਿਸਟਰ ਸੀ,
ਬਾਅਦ ਦੇ ਵਿੱਚ ਉਹਨਾਂ ਨੂੰ ਵਾਪਸ ਗੋਆ ਭੇਜਤਾ ਸੀ। ਉੱਥੇ ਗੋਆ ਦੇ ਉਹ ਮੁੱਖ ਮੰਤਰੀ ਸੀ, ਕੈਂਸਰ ਦੇ ਨਾਲ ਪੀੜਤ ਸੀ। 17 ਮਾਰਚ ਸਨ 2019 ਨੂੰ ਉਹਨਾਂ ਦਾ ਦੇਹਾਂਤ ਹੋ ਜਾਂਦਾ। ਪਰ ਜਾਣ ਤੋਂ ਪਹਿਲਾਂ ਇਹ ਗੱਲ ਉਹ ਕਹਿ ਗਏ ਸੀ ਕਿ ਮੈਨੂੰ ਇਸ ਰੱਖਿਆ ਸੌਦਾ ਬਾਰੇ ਪਤਾ ਨਹੀਂ, ਤੁਸੀਂ ਜਾ ਕੇ PMO ਦੇ ਨਾਲ ਯਾਨੀ ਕਿ ਪ੍ਰਾਈਮ ਮਿਨਿਸਟਰ ਆਫਿਸ ਨਾਲ ਗੱਲ ਕਰੋ, ਉਹਨਾਂ ਨੂੰ ਹੀ ਸਾਰਾ ਪਤਾ। ਅੱਗੇ ਆ ਜਾਓ, ਤੁਸੀਂ ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦਾ ਵੀ ਨਾਮ ਸੁਣਿਆ ਹੋਣਾ। ਮੈਨੂੰ ਯਾਦ ਆ ਸਭ ਤੋਂ ਪਹਿਲਾਂ ਜਦੋਂ ਇਸ ਮਾਮਲੇ ਨੂੰ ਲੈ ਕੇ ਕਿ ਇਸ ਮਾਮਲੇ ਦੇ ਵਿੱਚ ਇਸ ਰੱਖਿਆ ਸੌਦੇ ਦੇ ਵਿੱਚ ਰਿਸ਼ਵਤਾਂ ਲਈਆਂ ਗਈਆਂ ਨੇ, ਇਹਦੇ ਵਿੱਚ ਧਾਂਦਲੀ ਹੋਈ ਆ, ਪਬਲਿਕ ਇੰਟਰਸਟ ਲਿਟੀਗੇਸ਼ਨਸ ਪਾਈਆਂ ਸੀ, ਤੇ ਉਹ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦੀ ਬੈਂਚ ਅੱਗੇ ਆਏ ਸੀ। ਨਾਲ ਉਹਨਾਂ ਦੇ 2 ਹੋਰ ਜੱਜ ਸੀ, ਇੱਕ ਸੀ ਜਸਟਿਸ SK ਕੌਲ ਤੇ ਦੂਸਰੇ ਸੀ ਜਸਟਿਸ KM ਜੋਸਫ। ਇਹ ਦੋਨਾਂ ਨੇ ਜਦੋਂ ਸੁਣਵਾਈ ਕੀਤੀ ਤੇ ਤੁਸੀਂ ਸਮਝ ਸਕਦੇ ਹੋ, ਇਹਨਾਂ ਨੇ ਕਿਹਾ ਕਿ ਨਾ ਤਾਂ ਅਸੀਂ ਕਰਪਸ਼ਨ ਦੀ ਗੱਲ ਕਰਨੀ ਹੈ ਇਹਦੇ ਵਿੱਚ, ਨਾ ਹੀ ਕੋਈ ਤਕਨੀਕੀ ਗੱਲ ਕਰਨੀ ਆ, ਤੇ ਨਾ ਹੀ ਅਸੀਂ ਕਿਸੇ ਹੋਰ ਗੱਲ ਦੇ ਇਹਦੇ ਵਿੱਚ ਵਿਚਾਰ ਕਰਨਾ, ਕੇਵਲ ਦੇਖਣਾ ਕਿ ਇਹ ਰੱਖਿਆ ਸੌਦਾ ਠੀਕ ਹੈ। ਬੜੀ ਹੈਰਾਨੀ ਹੁੰਦੀ ਸੀ ਕਿ ਜੇ ਇਹ ਸਾਰਾ ਕੁਝ ਤੁਸੀਂ ਨਹੀਂ ਦੇਖਣਾ ਤੇ ਫਿਰ ਤੁਸੀਂ ਦੇਖ ਕੀ ਰਹੇ ਹੋ। ਅਦਰਵਾਈਜ਼ ਵੈਸੇ ਉਦੋਂ KK ਵੇਨੂਗੋਪਾਲ ਭਾਰਤ ਦੇ ਅਟਾਰਨੀ ਜਨਰਲ ਹੁੰਦੇ ਸੀ, ਉਹਨਾਂ ਨੇ ਵੀ ਬਲਕਿ ਕੇਂਦਰ ਸਰਕਾਰ ਨੂੰ, ਕਿਉਂਕਿ ਉਹ ਰਿਪਰੈਜ਼ੈਂਟ ਕਰ ਰਹੇ ਸੀ ਸੁਪਰੀਮ ਕੋਰਟ ਦੇ ਵਿੱਚ, ਉਹਨਾਂ ਨੇ ਬਾਰ-ਬਾਰ ਕਿਹਾ ਕਿ ਦੇਖੋ ਜੀ ਇਹ ਜਿਹੜੀਆਂ PILs ਪਾਈਆਂ ਇਹ ਤਾਂ ਬੇਕਾਰ ਆ, ਇਹ ਤਾਂ ਭਾਰਤ ਸਰਕਾਰ ਨੂੰ ਬਦਨਾਮ ਕਰਨ ਲਈ ਕੀਤੀਆਂ ਗਈਆਂ, ਤੁਸੀਂ ਇਹਨਾਂ ਦਾ ਖਹਿੜਾ ਛੱਡੋ, ਤੁਸੀਂ ਇਸ ਕੇਸ ਨੂੰ ਜਾਂ ਇਹਨਾਂ PILs ਨੂੰ ਜਿਹੜੀਆਂ ਲਿਟੀਗੇਸ਼ਨ ਜਾਂ ਜਿਹੜੀਆਂ ਪਟੀਸ਼ਨਸ ਪਾਈਆਂ ਗਈਆਂ ਨੇ ਇਹਨਾਂ ਨੂੰ ਬਰਖਾਸਤ ਕਰ ਦਿਓ। ਆਖਿਰਕਾਰ 29 ਅਕਤੂਬਰ ਸਨ 2018 ਦੇ ਵਿੱਚ ਇਸੇ ਚੀਫ ਜਸਟਿਸ ਰੰਜਨ ਗੋਗੋਈ ਨੇ ਇੱਕ ਸੀਲ ਬੰਦ ਲਿਫਾਫੇ ਦੇ ਵਿੱਚ ਸਾਰੀ ਰਿਪੋਰਟ ਲੈ ਲਈ ਸੀ, ਤੇ ਫਿਰ ਉਸ ਤੋਂ ਬਾਅਦ ਇਹ ਰਫੇਲ ਦੀ, ਔਰ ਇੱਥੇ ਤੱਕ ਭਾਰਤ ਸਰਕਾਰ ਨੇ ਉਸ ਸੀਲ ਬੰਦ ਲਿਫਾਫੇ 'ਚ ਇਹ ਕਹਿਤਾ ਸੀ ਕਿ ਇਸ ਮਾਮਲੇ ਦੇ ਵਿੱਚ ਤਾਂ ਕੁਝ ਹੋਇਆ ਹੀ ਨਹੀਂ, ਕਿਸੇ ਤਰ੍ਹਾਂ ਦੀ ਕੋਈ ਰਿਸ਼ਵਤ ਨਹੀਂ ਲਈ ਗਈ, ਕਿਸੇ ਤਰ੍ਹਾਂ ਦੀ ਕੋਈ ਕਰਪਸ਼ਨ ਨਹੀਂ ਹੋਈ, ਸੋ ਸਾਰਾ ਕੁਝ ਠੀਕ ਆ। ਤੇ ਤੁਸੀਂ ਦੇਖ ਲਓ ਉਸ ਵਕਤ ਰੰਜਨ ਗੋਗੋਈ ਨੇ ਇਹ ਸਾਰਾ ਕੁਝ ਮੰਨ ਲਿਆ ਸੀ। ਜਦੋਂ ਇਹ ਮਾਮਲਾ ਉਦੋਂ ਬਾਹਰ ਆਇਆ ਤੇ ਫਿਰ ਉਸ ਵਕਤ ਮੈਨੂੰ ਯਾਦ ਆ ਦੁਸ਼ਯੰਤ ਦਵੇ ਸੁਪਰੀਮ ਕੋਰਟ ਦੀ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਕਿਹਾ ਸੀ ਕਿ ਡਿਸਗਸਟਿੰਗ, ਇਸ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਕਈ ਵਕੀਲਾਂ ਨੇ ਇਹ ਵੀ ਕਿਹਾ ਸੀ ਕਿ ਇਸ ਦੇ ਵਿੱਚ ਕੀ ਕੋਈ ਕੁਇਡ ਪ੍ਰੋ ਕੋ ਹੋਇਆ, ਆਪਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਹੋਇਆ। ਵੈਸੇ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਜਿਹੜੇ ਰੰਜਨ ਗੋਗੋਈ ਸੀ ਉਹ 4 ਮਹੀਨਿਆਂ ਬਾਅਦ ਜਦੋਂ ਉਹ ਰਿਟਾਇਰ ਹੁੰਦੇ ਨੇ ਬਤੌਰ ਚੀਫ ਜਸਟਿਸ ਆਫ ਸੁਪਰੀਮ ਕੋਰਟ, 4 ਮਹੀਨਿਆਂ ਬਾਅਦ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਗਿਆ ਸੀ। ਇਸੇ ਚੀਜ਼ ਨੂੰ ਉਹਨਾਂ ਨੇ ਕਿਹਾ ਸੀ ਕਿ ਇਹ ਬਹੁਤ ਗਲਤ ਹੋਇਆ, ਇਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ। ਯੂਨੀਅਨ ਹੋਮ ਮਿਨਿਸਟਰੀ ਨੇ, ਭਾਰਤ ਦੇ ਗ੍ਰਹਿ ਵਿਭਾਗ ਨੇ ਉਹ ਨੋਟੀਫਿਕੇਸ਼ਨ ਜਾਰੀ ਕੀਤੀ ਸੀ। ਅੱਗੇ ਆ ਜਾਓ, ਮੈਂ ਤੁਹਾਨੂੰ ਥੋੜਾ ਜਿਹਾ ਹੋਰ ਵੀ ਯਾਦ ਕਰਾ ਦਿੰਦਾ ਕਿ ਯਾਦ ਕਰੋ 5 ਸਾਲ ਪਹਿਲਾਂ ਸਨ 2018 ਦੇ ਵਿੱਚ ਦਸੰਬਰ ਦਾ ਮਹੀਨਾ ਸੀ, ਵਿੰਟਰ ਸੈਸ਼ਨ ਚੱਲ ਰਿਹਾ ਸੀ। ਪੂਰੀਆਂ ਵਿਰੋਧੀ ਪਾਰਟੀਆਂ ਦੇ ਨੇਤਾ, ਸਾਰੇ ਸਿਆਸੀ ਨੇਤਾ ਮੋਦੀ ਸਰਕਾਰ ਤੇ ਚੜੇ ਹੋਏ ਸੀ ਪਾਰਲੀਮੈਂਟ ਦੇ ਵਿੱਚ, ਤੇ ਇਸੇ ਕੇਸ ਦੇ ਵਿੱਚ ਰਫਾਲ ਸੌਦੇ ਦੇ ਵਿੱਚ JPC ਦੀ ਮੰਗ ਕਰ ਰਹੇ ਸੀ, ਜੁਆਇੰਟ ਪਾਰਲੀਮੈਂਟਰੀ ਕਮੇਟੀ, ਇਹਦੀ ਜਾਂਚ ਦੀ ਮੰਗ ਕਰ ਰਹੇ ਸੀ, ਪਰ ਕਦੇ ਉਹ ਜਾਂਚ ਆਰਡਰ ਨਹੀਂ ਕੀਤੀ ਗਈ। ਸੋ ਇਹ ਮਾਮਲਾ ਹੁਣ ਦੁਬਾਰਾ ਸੁਰਖੀਆਂ ਦੇ ਵਿੱਚ ਆਇਆ ਤੇ ਗੱਲ ਫਰਾਂਸ ਨੇ ਸਿੱਧੀ ਕਰਤੀ ਹੈ। ਤੇ ਫਿਰ ਮੈਨੂੰ ਇਹ ਵੀ ਯਾਦ ਆ ਗਿਆ ਕਿ ਕੈਨੇਡਾ ਵੀ ਕਹਿ ਰਿਹਾ ਸੀ ਕਿ ਹਰਦੀਪ ਸਿੰਘ ਨਿੱਜਰ ਦਾ ਮਾਮਲਾ ਸਾਡੀ ਧਰਤੀ ਤੇ ਕਤਲ ਹੋਇਆ, ਇਹਦੇ ਵਿੱਚ ਸਹਿਯੋਗ ਕਰੋ। US ਵੀ ਕਹਿ ਰਿਹਾ ਸੀ ਕਿ ਗੁਰਪਤਵੰਤ ਸਿੰਘ ਦਾ ਮਾਮਲਾ ਤੁਸੀਂ ਪਲਾਟ ਬਣਾਇਆ, ਵਿਉਂਤ ਬਣਾਈ ਤੁਹਾਡੇ ਇੱਥੇ ਅਧਿਕਾਰੀਆਂ ਦੇ, ਇਸ ਵਿੱਚ ਸਹਿਯੋਗ ਕਰੋ। ਤੇ ਹੁਣ ਤੀਸਰਾ ਮੁਲਕ ਬੋਲ ਪਿਆ ਫਰਾਂਸ ਦਾ, ਕਹਿੰਦਾ ਹੁਣ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਵੀ ਸਹਿਯੋਗ ਕਰੋ। ਸੁਖਬੀਰ ਸਿੰਘ ਬਾਦਲ ਨੇ ਮਾਫੀ ਤਾਂ ਮੰਗ ਲਈ ਆ, ਪਰ ਕੀ ਇਹਨਾਂ ਦੀ ਮਾਫੀ ਦੇ ਨਾਲ ਪੰਥ ਜਾਂ ਜਿਹੜੇ ਲੋਕ ਇਹਨਾਂ ਨੂੰ ਸਮਰਥਨ ਦਿੰਦੇ ਨੇ ਜਾਂ ਇਹਨਾਂ ਦੇ ਸਮਰਥਕ ਰਹੇ ਨੇ ਉਹ ਇਹਨਾਂ ਨੂੰ ਮਾਫ ਕਰ ਦੇਣਗੇ? ਮੈਨੂੰ ਯਾਦ ਆ ਕਿਸੇ ਟਾਈਮ ਇਹੀ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ 25 ਸਾਲ ਰਾਜ ਕਰੂਗਾ, ਤੇ ਕਿਤੇ ਹੁਣ ਤੁਹਾਨੂੰ 25 ਸਾਲਾਂ ਲਈ ਇਸ ਸੱਤਾ ਤੋਂ ਮਹਿਰੂਮ ਨਾ ਕਰ ਦੇਣ ਲੋਕ, ਜੇ ਇਸ ਤਰ੍ਹਾਂ ਦੀ ਤੁਸੀਂ ਮਾਫੀ ਮੰਗਦੇ ਹੋ। ਹਾਲਾਂਕਿ ਪਿਛਲੀਆਂ ਮਾਫੀਆਂ ਨਾਲੋਂ ਬੀਤੇ ਦਿਨ ਜਿਹੜੀ ਬੀਤੇ ਕੱਲ ਤੁਸੀਂ ਮਾਫੀ ਮੰਗੀ, ਉਹਦੇ ਵਿੱਚ ਥੋੜੀ ਸਿੰਸੈਰਿਟੀ ਵੱਧ ਦਿਖੀ, ਡੈਸਪਰੇਸ਼ਨ ਵੀ ਦਿਖੀ। ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ, ਕਿਉਂਕਿ ਆਮ ਸੰਗਤ ਦੇ ਵਿੱਚ ਮਨ 'ਚ ਹੈ
ਕਿ ਪੰਥਕ ਸਰਕਾਰ ਸੀ। ਹਾਂ, ਪੰਥਕ ਸਰਕਾਰ ਸੀ, ਪਰ ਕਿਵੇਂ ਹੋਇਆ ਜਦੋਂ ਤੱਕ ਅਸੀਂ ਪਤਾ ਕਰਨ ਲੱਗੇ ਤੇ ਸਾਤੋਂ ਪ੍ਰੈਸ਼ਰ ਪਾ ਕੇ ਕੱਢ ਦਿੱਤਾ ਸਾਨੂੰ। ਉਹਦੀ ਵੀ ਮਾਫੀ ਕਿ ਅਸੀਂ ਨਹੀਂ ਦੋਸ਼ੀ ਫੜ ਸਕੇ, ਪਰ ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਜਿਹੜੇ ਅਸਲੀ ਦੋਸ਼ੀ ਹੈ ਉਹਨਾਂ ਨੂੰ ਜੇਲ੍ਹਾਂ ਚ ਪਾਵਾਂਗੇ, ਤੇ ਨਾਲੇ ਜਿਨ੍ਹਾਂ ਨੇ ਸਿਆਸਤ ਕੀਤੀ ਹੈ ਉਹਨਾਂ ਦੀ ਵੀ ਸ਼ਕਲਾਂ ਵੀ ਕੌਮ ਦੇ ਸਾਹਮਣੇ ਪੇਸ਼ ਕਰਾਂਗੇ, ਜਿਨ੍ਹਾਂ ਨੇ ਸਿਆਸਤ ਕੀਤੀ। ਜਦੋਂ ਕੋਈ ਚਾਰਾ ਹੀ ਨਹੀਂ ਸੀ, ਤੁਹਾਡੇ ਤੋਂ ਖੜਿਆ ਨਹੀਂ ਸੀ ਹੋ ਜਾ ਰਿਹਾ, ਜਾਂ ਬਾਰ-ਬਾਰ ਤੁਹਾਨੂੰ ਇਹ ਕਿਹਾ ਜਾ ਰਿਹਾ ਸੀ ਕਿ ਤੁਸੀਂ ਪਾਸੇ ਹਟ ਜਾਓ, ਪਰ ਫਿਰ ਵੀ ਜ਼ਿੱਦ ਕਰਕੇ ਤੁਸੀਂ ਇੱਥੇ ਲੱਗੇ ਰਹੇ, ਯਾਨੀ ਕਿ ਪ੍ਰਧਾਨ ਬਣੇ ਰਹੇ। ਮੈਂ 2-4 ਪੁਆਇੰਟ ਹੀ ਕਹੂੰਗਾ, ਜ਼ਿਆਦਾ ਲੰਬੀ ਗੱਲ ਨਹੀਂ ਕਰਦਾ, ਕਿ ਤੁਸੀਂ ਸਭ ਤੋਂ ਪਹਿਲਾਂ ਵਾਰੀ-ਵਾਰੀ ਮਾਫੀ ਮੰਗਣੀ ਪਊਗੀ। ਪਹਿਲੀ ਮਾਫੀ ਮੰਗਣੀ ਪਊਗੀ ਕਿ ਸਾਡੇ ਰਾਜ ਦੇ ਵਿੱਚ ਬੇਅਦਬੀ ਦੇ ਕੇਸ ਹੋਏ, ਅਸੀਂ ਉਹਨਾਂ ਦੀ ਜਾਂਚ ਕਰਵਾ ਨਹੀਂ ਪਾਏ, ਅਸੀਂ ਦੋਸ਼ੀਆਂ ਨੂੰ ਸਜ਼ਾ ਦਿਵਾ ਨਹੀਂ ਪਾਏ, ਅਸੀਂ ਢਿੱਲ-ਮਿੱਠ ਵਰਤੀ, ਜਾਂ ਸਾਡੇ ਤੋਂ ਜਿਹੜਾ ਸਾਡਾ ਰਵੱਈਆ ਸੀ ਉਹ ਇੱਕ ਤਰ੍ਹਾਂ ਦਾ ਕੈਜੂਅਲ ਸੀ, ਇਸ ਕਰਕੇ ਸਾਨੂੰ ਮਾਫ ਕੀਤਾ ਜਾਵੇ। ਸਾਡੇ ਹੀ ਸ਼ਾਸਨ ਦੇ ਦੌਰਾਨ ਗੋਲੀ ਚੱਲੀ ਕੋਟਕਪੂਰਾ ਦੇ ਵਿੱਚ, ਬਹਿਬਲ ਕਲਾਂ ਦੇ ਵਿੱਚ ਵਿਅਕਤੀ ਮਾਰੇ ਗਏ, ਇੰਜਰਡ ਹੋ ਗਏ, ਅਸੀਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਪਾਏ, ਅਸੀਂ ਇਸ ਦੀ ਮਾਫੀ ਮੰਗਦੇ ਹਾਂ। ਅੱਗੇ ਆ ਜਾਓ, ਅਸੀਂ ਕਿਸਾਨਾਂ ਤੋਂ ਮਾਫੀ ਮੰਗਦੇ ਹਾਂ ਜਿਨ੍ਹਾਂ ਦੇ ਉਹ ਕਾਨੂੰਨ ਜਿਹੜੇ ਬਾਅਦ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1 ਸਾਲ ਤੋਂ ਵੀ ਵੱਧ ਸਮਾਂ, ਜਦੋਂ ਉਹ ਪੂਰੇ ਦਾ ਪੂਰਾ ਪ੍ਰੋਟੈਸਟ ਚੱਲਿਆ, ਉਸ ਤੋਂ ਬਾਅਦ ਵਾਪਸ ਲੈ ਲਏ ਸੀ, ਅਸੀਂ ਉਹਨਾਂ ਦੀ ਪ੍ਰੌੜਤਾ ਕਰਦੇ ਰਹੇ ਹਾਂ। ਯਾਨੀ ਕਿ ਅਸੀਂ ਕੌਣ? ਸ਼੍ਰੋਮਣੀ ਅਕਾਲੀ ਦਲ। ਅਸੀਂ ਉਹਦੇ ਲਈ ਵੀ ਮਾਫੀ ਮੰਗਦੇ, ਤੇ ਫਿਰ ਮਾਫੀ ਤੁਹਾਨੂੰ ਇਹ ਵੀ ਮੰਗਣੀ ਪਊਗੀ ਕਿ ਸੁਮੇਧ ਸਿੰਘ ਸੈਣੀ ਨੂੰ ਅਸੀਂ ਪੰਜਾਬ ਦਾ DGP ਲਾਤਾ, ਜਿਹਦੇ ਖਿਲਾਫ ਤੁਹਾਡੇ ਸਮਰਥਕ ਪੰਥ ਹਮੇਸ਼ਾ ਤੋਂ ਖੜਾ ਸੀ ਕਿ ਇਸ ਤਰ੍ਹਾਂ ਦੇ ਵਿਅਕਤੀ ਨੂੰ ਕਦੇ ਵੀ DG ਨਾ ਲਾਓ। ਉਸ ਦਾ ਸਾਰਾ ਰੈਕਟ ਖਰਾਬ ਹੋਣ ਦੇ ਬਾਵਜੂਦ ਵੀ ਉਸ ਤੇ ਇੰਨੇ ਕੇਸ ਚੱਲ ਰਹੇ ਸੀ, CBI ਦੇ ਕੇਸ ਚੱਲ ਰਹੇ ਸੀ, ਤੁਸੀਂ ਲੋਕਾਂ ਨੇ ਆਊਟ ਆਫ ਦਾ ਵੇ ਜਾ ਕੇ DGP ਸੁਮੇਧ ਸਿੰਘ ਸੈਣੀ ਨੂੰ ਇਸ ਰਾਜ ਦਾ DGP ਲਾਇਆ, ਤੇ ਆਖਿਰਕਾਰ ਤੁਸੀਂ ਦੇਖਿਆ ਉਹਨੇ ਤੁਹਾਨੂੰ ਫਸਾਤਾ। ਅੱਜ ਤੱਕ ਤੁਸੀਂ ਨਿਕਲ ਨਹੀਂ ਪਾਏ, ਅੱਗੇ ਆਉਨੇ ਆ। ਫਿਰ ਤੁਸੀਂ ਸਨ 2022 ਦੀਆਂ ਚੋਣਾਂ ਹਾਰ ਜਾਂਦੇ ਹੋ। ਚੋਣਾਂ ਦੀ ਇਸ ਸਮੀਖਿਆ ਕਰਨ ਲਈ ਤੁਸੀਂ ਇਕਬਾਲ ਸਿੰਘ ਝੁੰਦਾ ਰਿਪੋਰਟ ਲੈ ਕੇ ਆਉਂਦੇ ਹੋ, ਉਸ ਨੂੰ ਤੁਸੀਂ ਲਾਉਂਦੇ ਹੋ ਕਿ ਐਕਸਾਈਜ਼ ਕਰ, ਉਹ ਪੂਰੀ ਆਪਣੀ ਵਾਹ ਲਾ ਦਿੰਦਾ ਤੇ ਇੱਕ ਰਿਪੋਰਟ ਤੇ ਸਿਫਾਰਿਸ਼ਾਂ ਦਿੰਦਾ। ਅੱਜ ਤੱਕ ਤੁਸੀਂ ਲਾਗੂ ਨਹੀਂ ਕੀਤੀਆਂ। ਕਿਉਂ ਨਹੀਂ ਲਾਗੂ ਕੀਤੀਆਂ? ਲਾਗੂ ਤੁਸੀਂ ਇਸ ਕਰਕੇ ਨਹੀਂ ਕੀਤੀਆਂ ਕਿ ਉਹਨਾਂ ਸਿਫਾਰਿਸ਼ਾਂ ਦੇ ਵਿੱਚ ਇਹ ਵੀ ਆ ਕਿ ਥੋੜੀ ਦੇਰ ਲਈ ਬਾਦਲ ਪਰਿਵਾਰ ਨੂੰ ਪਾਸੇ ਹੋ ਜਾਣਾ ਚਾਹੀਦਾ। ਬਾਕੀ ਇੰਨੇ ਤੁਹਾਡੇ ਪਾਰਟੀ ਦੇ ਵਿੱਚ ਕਾਬਿਲ ਨੇਤਾ ਨੇ, ਉਹਨਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਤਾਂ ਦੇਖੋ। ਇਹ ਲਾਜ਼ਮੀ ਆ ਕਿ ਇਹ ਮੁੱਢੋਂ ਇਹ ਆ ਕਿ ਇੱਥੇ ਬਾਦਲ ਪਰਿਵਾਰ ਨਹੀਂ ਰਹਿਣਾ, ਪ੍ਰਧਾਨ ਵੀ ਕੋਈ ਹੋਰ ਬਣ ਸਕਦਾ, ਜਨਰਲ ਸਕੱਤਰ ਬਣ ਸਕਦੇ ਆ। ਅੱਗੇ ਆ ਜਾਓ। ਫਿਰ ਤੁਸੀਂ ਕਿੰਨੇ ਲੋਕਾਂ ਨੂੰ ਨਾਰਾਜ਼ ਕਰਤਾ। ਮਨਪ੍ਰੀਤ ਸਿੰਘ ਇਆਲੀ ਤੋਂ ਲੈ ਕੇ, ਜਗਮੀਤ ਸਿੰਘ ਬਰਾੜ ਤੋਂ ਲੈ ਕੇ, ਬੀਬੀ ਜਗੀਰ ਕੌਰ ਤੋਂ ਲੈ ਕੇ, ਈਵਨ ਕਿ ਅਮਰਪਾਲ ਸਿੰਘ ਬੋਨੀ ਤੋਂ ਲੈ ਕੇ ਹੋਰ तमाम ਲੀਡਰ ਤੁਹਾਡੇ ਨਾਲ ਨਾਰਾਜ਼ ਹੋ ਕੇ ਗਏ ਆ। ਚਰਨਜੀਤ ਸਿੰਘ ਅਟਵਾਲ ਤੁਹਾਡੇ ਇੰਨੇ ਸੀਨੀਅਰ ਨੇਤਾ ਸੀ, ਉਹ ਤੇ ਉਹਨਾਂ ਦਾ ਮੁੰਡਾ ਭਾਰਤੀ ਜਨਤਾ ਪਾਰਟੀ ਚਲੇ ਗਏ ਆ। ਹੋਰ ਵੀ ਕਈ ਨੇਤਾ ਜਿਨ੍ਹਾਂ ਦੇ ਅਸੀਂ ਨਾਂ ਨਹੀਂ ਇਸ ਵਕਤ ਲੈ ਪਾ ਰਹੇ। ਜੇ ਇਹਨਾਂ ਨੂੰ ਲਿਆਉਣਾ ਤੇ ਘੱਟੋ ਘੱਟ ਸਿੰਸੀਅਰਲੀ ਮਾਫੀ ਮੰਗੋ। ਸੁਖਦੇਵ ਸਿੰਘ ਢੀਂਡਸਾ ਜਾਂ ਇਸ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ, ਉਹ ਤਾਂ ਹੁਣ ਦੁਨੀਆ ਤੇ ਰਹੇ ਨਹੀਂ, ਉਹ ਅਖੀਰਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਆ ਜ਼ਰੂਰ ਗਏ ਸੀ, ਪਰ ਤੁਹਾਨੂੰ ਕਿਸੇ ਤਰ੍ਹਾਂ ਦਾ ਉਹਦੇ ਨਾਲ ਕੋਈ ਸ਼ਕਤੀ ਨਹੀਂ ਸੀ ਮਿਲੀ, ਕੋਈ ਤਾਕਤ ਨਹੀਂ ਸੀ ਮਿਲੀ। ਇਹੀ ਹਾਲ ਸੁਖਦੇਵ ਸਿੰਘ ਢੀਂਡਸਾ ਦਾ। ਉਹ ਹੁਣ ਕਹਿੰਦੇ ਜੀ ਅਸੀਂ ਵਿਚਾਰ ਕਰਾਂਗੇ। ਇਹਨਾਂ ਸਾਰੀਆਂ ਗੱਲਾਂ ਤੇ ਜੇ ਤੁਸੀਂ ਵਿਚਾਰ ਨਹੀਂ ਕਰੋਗੇ ਹਲੀਮੀ ਦੇ ਨਾਲ, ਔਰ ਜਿਹੜੀ ਤੁਹਾਡੀ ਹਲੀਮੀ ਆ ਜਾਂ ਤੁਹਾਡੀ ਹਿਊਮਿਲਿਟੀ ਆ, ਉਹ ਲੋਕਾਂ ਨੂੰ ਲੱਗਣੀ ਵੀ ਚਾਹੀਦੀ ਆ। ਇਸ ਪਾਰਟੀ ਦਾ ਕੋਈ ਕਸੂਰ ਨਹੀਂ ਆ। ਇਹ 102 ਸਾਲ ਪੁਰਾਣੀ ਜਾਂ 103ਵਾਂ ਹੁਣੇ ਤੁਸੀਂ ਉਹਦਾ ਸਮਾਗਮ ਕਰਕੇ ਹਟੇ ਹੋ, ਤੁਸੀਂ ਉਹਦੀ ਸ਼ਤਾਬਦੀ ਮਨਾ ਕੇ ਹਟੇ ਹੋ। ਬੜੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਪਾਰਟੀ ਨੇ। ਇਸ ਪਾਰਟੀ ਦੇ ਨਾਲ ਬੜੇ ਮਹਾਨ ਲੋਕ ਜੁੜੇ ਰਹੇ ਨੇ, ਪਰ ਇਹ ਨਹੀਂ ਹੈ ਵੀ ਇਕੱਲਾ ਪਰਿਵਾਰ ਹੀ ਇਸ ਪਾਰਟੀ ਉੱਤੇ ਕਾਬਜ਼ ਹੋਊਗਾ। ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਆਪਣੀ ਹੱਠ ਨਹੀਂ ਛੱਡਦੇ ਕਿ ਮੈਂ ਹੀ ਪ੍ਰਧਾਨ ਰਹਿਣਾ, ਉਨੀ ਦੇਰ ਤੱਕ ਮੈਨੂੰ ਲੱਗਦਾ ਨਹੀਂ ਲੋਕਾਂ ਨੇ ਤੁਹਾਨੂੰ ਇੰਨੀ ਜਲਦੀ ਮਾਫ ਕਰ ਦੇਣਾ। ਸਮਾਂ ਹੋ ਗਿਆ ਅੱਜ ਦੀਆਂ ਉਹਨਾਂ ਕਮੈਂਟਸ ਤੇ। ਸਭ ਤੋਂ ਪਹਿਲਾ ਕਮੈਂਟ ਆ ਕੰਵਰਜੀਤ ਸਿੰਘ ਗਿੱਲ FN4IG, ਇਹਨਾਂ ਦਾ ਅਕਾਊਂਟ ਆ। ਕਹਿੰਦਾ ਭਾਜਪਾ ਦੇ ਹੁੰਦਿਆਂ ਲੋਕ ਗਰੀਬ ਹੁੰਦੇ ਜਾਣਗੇ, ਕਾਰਪੋਰੇਟ ਸੈਕਟਰ ਤਕੜਾ ਹੁੰਦਾ ਜਾਏਗਾ। ਬਿਲਕੁਲ ਤੁਹਾਡੀ ਗੱਲ ਠੀਕ ਆ। ਗੌਤਮ ਅਡਾਨੀ ਤੋਂ ਵੱਡੀ ਤਾਂ ਕੋਈ ਐਗਜ਼ਾਮਪਲ ਨਹੀਂ, ਤੇ ਮੈਂ ਹੁਣੇ ਤੁਹਾਨੂੰ ਅਨਿਲ ਅੰਬਾਨੀ ਦੀ ਵੀ ਐਗਜ਼ਾਮਪਲ ਦੇ ਕੇ ਹਟਿਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਰੱਖਿਆ ਸੌਦਾ ਲੈਤਾ ਸੀ। ਇਹ ਅਸੀਂ ਨਹੀਂ ਕਹਿ ਰਹੇ, ਇਹ ਤਾਂ ਫਰਾਂਸ ਦੇ ਸਾਬਕਾ ਪ੍ਰੈਜ਼ੀਡੈਂਟ ਕਹਿ ਰਹੇ ਸੀ।
ਸੋ ਜਦੋਂ ਸਾਰਾ ਕੰਮ ਈਵਨ ਕਿ ਕਿਸਾਨਾਂ ਦੇ ਕਾਨੂੰਨ ਜਿਹੜੇ ਆਏ ਸੀ, ਖੇਤੀ ਕਾਨੂੰਨ, ਉਹ ਸਾਰੇ ਕਾਰਪੋਰੇਟਸ ਦੇ ਹੱਕ ਦੇ ਵਿੱਚ ਹੀ ਸੀ। ਅੱਗੇ ਆ ਜਾਓ, ਰਾਜਵਿੰਦਰ ਸਿੰਘ 4962 ਇਹਨਾਂ ਦਾ ਅਕਾਊਂਟ ਆ। ਇਹ ਕਹਿੰਦੇ ਨੇ ਜਿੰਨਾ ਮੈਂਬਰ ਪਾਰਲੀਮੈਂਟ ਨੇ ਇਹਨਾਂ ਵਿਚਾਰਿਆਂ ਨੂੰ ਕਾਬੂ ਕਰਨ ਦੀ ਥਾਂ ਕੁੱਟਿਆ, ਮਾਰਿਆ ਤੇ ਮੁਕੱਦਮਾ ਚੱਲਣਾ ਚਾਹੀਦਾ ਇਹਨਾਂ ਸਾਰਿਆਂ ਤੇ। ਕਹਿੰਦੇ ਇਹ ਕੋਈ ਦਹਿਸ਼ਤਗਰਦ ਨਹੀਂ ਸਨ। ਇਹਨਾਂ ਦਾ ਭਾਵ ਉਹਨਾਂ ਕੁਝ ਨੌਜਵਾਨਾਂ ਤੋਂ ਆ ਜਿਹੜੇ ਅੰਦਰ ਚਲੇ ਗਏ ਸੀ ਪਾਰਲੀਮੈਂਟ ਦੇ ਵਿੱਚ 13 ਦਸੰਬਰ ਨੂੰ ਜਾ ਕੇ ਉਹਨਾਂ ਨੇ ਧੂਆਂ ਛੱਡਿਆ ਸੀ ਕੇਵਲ ਆਪਣੇ ਵੱਲ ਧਿਆਨ ਖਿੱਚਣ ਲਈ। ਤੇ ਕੁਝ ਮੈਂਬਰ ਪਾਰਲੀਮੈਂਟ ਆਪਣੀ ਬੜੀ ਬਹਾਦਰੀ ਸਮਝਦੇ ਆ, ਬਾਹਰ ਆ ਕੇ ਟੀਵੀਜ਼ ਨੂੰ ਇੰਟਰਵਿਊ ਦਿੰਦੇ ਆ, ਕਹਿੰਦੇ ਅਸੀਂ ਕੁੱਟਿਆ ਜੀ, ਅਸੀਂ ਫੜਿਆ। ਐਡੇ ਕਿੰਨੇ ਕੁ ਉਹਨਾਂ ਕੋਲ ਹਥਿਆਰ ਸੀ ਜਿਹੜੀ ਤੁਸੀਂ ਬਹਾਦਰੀ ਦਿਖਾਤੀ? ਇੰਨੇ ਸਾਰੇ ਤੁਸੀਂ ਉੱਥੇ ਮੈਂਬਰ ਪਾਰਲੀਮੈਂਟ ਸੀ, ਤੁਹਾਡੇ ਮਾਰਸ਼ਲਸ ਹੁੰਦੇ ਆ, ਤੁਹਾਡੀ ਆਪਣੀ ਅੰਦਰ ਸਿਕਿਉਰਿਟੀ ਹੁੰਦੀ ਹੈ ਤੇ ਕਿਸੇ ਨੂੰ ਵੀ ਫੜ ਲਓ ਤੇ ਉੱਤੋਂ ਤੁਸੀਂ ਉਹਨੂੰ ਕੁੱਟਦੇ ਮਾਰਦੇ ਹੋ। ਇਹ ਤਾਂ ਆਮ ਤੌਰ ਤੇ ਗਲੀਆਂ ਮੁਹੱਲਿਆਂ 'ਚ ਹੁੰਦਾ ਜੋ ਤੁਸੀਂ ਪਾਰਲੀਮੈਂਟ ਦੇ ਪਟਲ ਤੇ ਕੀਤਾ। ਅੱਗੇ ਆ ਜਾਓ, ਗੁਲਜ਼ਾਰ ਸਿੰਘ 7954 ਇਹ ਕਹਿੰਦੇ ਨੇ ਕਿ ਇਹਨਾਂ ਨੌਜਵਾਨਾਂ ਦੀ ਜਗ੍ਹਾ ਕੋਈ ਸਿੱਖ ਹੁੰਦੇ ਤਾਂ ਸਾਰੇ ਦੇਸ਼ ਵਿੱਚ ਹੰਗਾਮਾ ਖੜਾ ਕਰ ਦੇਣਾ ਸੀ, ਪਰ ਹੁਣ ਇਸ ਨੂੰ ਬਹੁਤ ਹੀ ਹਲਕੇ ਵਿੱਚ ਲਿਆ ਗਿਆ ਹੈ ਕਿਉਂਕਿ ਤੁਸੀਂ ਜਾਣਦੇ ਹੋ ਇਹਨਾਂ ਨੂੰ ਪਾਸ ਭਾਜਪਾ ਦੇ MP ਦੇ ਕਹਿਣ ਤੇ ਦਿੱਤੇ ਗਏ ਸੀ। ਬਿਲਕੁਲ, ਪ੍ਰਤਾਪ ਸਿਮਾ ਉਹਦਾ ਨਾਮ ਆ, ਮੈਸੂਰ ਤੋਂ, ਕਰਨਾਟਕ ਤੋਂ, ਇਹ ਭਾਜਪਾ ਦਾ MP ਆ, ਪਰ ਕੋਈ ਗੱਲ ਕਰਦਾ ਇਹਦੀ? ਤੇ ਜੇ ਕੁਝ MP ਜਾਂਦੇ ਨੇ ਪਾਰਲੀਮੈਂਟ ਦੇ ਵਿੱਚ ਇਹ ਕਹਿਣ ਲਈ ਕਿ ਸਿਕਿਉਰਿਟੀ ਬ੍ਰੀਚ ਹੋ ਗਿਆ ਜਾਂ ਉਣਤਾਈ ਹੋ ਗਈ ਜਾਂ ਕੁਤਾਈ ਹੋ ਗਈ ਸਿਕਿਉਰਿਟੀ ਦੇ ਵਿੱਚ, ਸੁਰੱਖਿਆ ਦੇ ਵਿੱਚ, ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ। ਇਹ ਤਾਂ ਹਾਲਾਤ ਆ ਭਾਰਤ ਦੀ ਡੈਮੋਕ੍ਰੇਸੀ ਦੇ। ਤੇ ਇਹ ਨੌਜਵਾਨ ਇਹੀ ਤਾਂ ਕਹਿਣ ਆਏ ਸੀ, ਤਾਨਾਸ਼ਾਹੀ ਚੱਲ ਰਹੀ ਆ, ਤਾਨਾਸ਼ਾਹੀ ਬੰਦ ਕਰੋ, ਇਹੀ ਗੱਲ ਇਹ ਕਹਿ ਰਹੇ ਸੀ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।